ਕੁਸ਼ਤੀ ਦਾ ਧਰੂ ਤਾਰਾ ਕਰਤਾਰ ਸਿੰਘ। ਖਿਡਾਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਦੇਸ਼ ਦਾ ਨਾਂ ਉੱਚਾ ਕਰਦੇ ਹਨ। ਫਿਰ ਉਹਨਾਂ ਨੂੰ ਵੀ ਬਹੁਤ ਮਾਣ ਸਨਮਾਨ ਮਿਲਦਾ ਹੈ। ਕਰਤਾਰ ਸਿੰਘ ਇੱਕ ਪ੍ਰਸਿੱਧ ਪਹਿਲਵਾਨ ਹੈ ਜਿਸ ਨੇ ਭਾਰਤ ਦੇਸ਼ ਦਾ ਨਾਂ ਪੂਰੇ ਵਿਸ਼ਵ ਵਿੱਚ ਫਖਰ ਨਾਲ ਉੱਚਾ ਕੀਤਾ ਹੈ। ਉਸ ਨੂੰ ਅਣਗਿਣਤ ਅਵਾਰਡ ਮਿਲੇ ਹਨ, ਪਰ ਉਹ ਅਤੀ ਨਿਮਰ ਸੁਭਾਅ ਵਾਲਾ ਇਨਸਾਨ ਹੈ। ਇਹ ਪਾਠ ਸਾਨੂੰ ਇਸ ਸਿਰ ਕੱਢ ਪਹਿਲਵਾਨ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੰਦਾ ਹੈ। 1986 ਦੀਆਂ ਸਿਓਲ ਏਸ਼ੀਅਨ ਖੇਡਾਂ ਦੀ ਗੱਲ ਹੈ। ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਖਿਡਾਰੀਆਂ ਦੀ ਵੱਡੀ ਗਿਣਤੀ ਸਿਓਲ ਪਹੁੰਚ ਚੁੱਕੀ ਸੀ। ਹਰ ਖੇਡ ਵਿੱਚੋਂ ਭਾਰਤੀਆਂ ਨੂੰ ਹੁੰਦੀ ਨਮੋਸ਼ੀਜਨਕ ਹਾਰ ਵੇਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੇ ਟਿੱਪਣੀ ਕੀਤੀ, हमारी लड़कियां ही कुछ कर रही हैं, मर्द लोग तो खेलों का तमाशा देखने गए हैं। ਇਹ ਸਮੁੱਚੇ ਭਾਰਤ ਦੇ ਮਰਦਾਂ ਨੂੰ ਚੈਲੰਜ ਸੀ। 1 ਅਰਬ ਦੀ ਆਬਾਦੀ ਨੂੰ ਪਹੁੰਚਣ ਵਾਲਾ ਦੇਸ਼ ਇੱਕ ਵੀ ਇਹੋ ਜਿਹਾ ਜਵਾਨ ਮਰਦ ਪੈਦਾ ਨਹੀਂ ਸੀ ਕਰ ਸਕਿਆ ਜੋ ਸਿਓਲ ਖੇਡਾਂ ਵਿੱਚੋਂ ਸੋਨੇ ਦਾ ਇੱਕ ਵੀ ਤਮਗਾ ਜਿੱਤ ਕੇ ਲਿਆ ਸਕੇ। ਮਰਦ ਜਾਤੀ ਨੂੰ ਦੋਹਰੀ ਸ਼ਰਮ ਇਸ ਕਰਕੇ ਵੀ ਸੀ ਕਿ ਪੀਟੀ ਊਸ਼ਾ ਇਕੱਲੀ ਨੇ ਹੀ ਇੱਕ ਤੋਂ ਵੱਧ ਤਮਗੇ ਜਿੱਤ ਕੇ ਇਸਤਰੀ ਜਾਤੀ ਦੀ ਰੱਖ ਵਿਖਾ ਦਿੱਤੀ ਸੀ। ਅਸਲ ਵਿੱਚ ਪ੍ਰਧਾਨ ਮੰਤਰੀ ਦਾ ਮਿਹਣਾ ਸਮੁੱਚੇ ਭਾਰਤੀ ਮਰਦਾਂ ਨੂੰ ਸੀ। ਦੇਸ਼ ਵਿੱਚ ਪਿੱਛੇ ਘਰਾਂ ਵਿੱਚ ਬੈਠਿਆਂ ਨੂੰ ਵੀ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਮਰਦਾਂ ਨੂੰ ਵੀ। ਪਰ ਅਗਲੇ ਹੀ ਦਿਨ ਫਾਈਨਲ ਵਿੱਚ ਪਹਿਲਵਾਨ ਕਰਤਾਰ ਸਿੰਘ ਨੇ ਪਾਕਿਸਤਾਨ ਦੇ ਬਲੀ ਪਹਿਲਵਾਨ ਸ਼ਾਹਿਦ ਬੱਟ ਨੂੰ ਹਰਾ ਕੇ ਕੁਸ਼ਤੀ ਵਿੱਚ ਸੋਨੇ ਦਾ ਤਮਗਾ ਜਿੱਤ ਲਿਆ। ਭਾਰਤ ਵਾਪਸੀ ਤੇ ਖਿਡਾਰੀਆਂ ਦਾ ਦਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਿਲਣ ਗਿਆ। ਰਾਜੀਵ ਗਾਂਧੀ ਜਦੋਂ ਪੀਟੀ ਊਸ਼ਾ ਤੇ ਹੋਰ ਖਿਡਾਰਨਾਂ ਨੂੰ ਮਿਲ ਕੇ ਕਰਤਾਰ ਕੋਲ ਪੁੱਜਾ ਤਾਂ ਉਸ ਦੇ ਚਿਹਰੇ ਉੱਤੇ ਚੌੜੀ ਮੁਸਕਰਾਹਟ ਫੈਲ ਗਈ। ਉਸਨੇ ਬੜੀ ਗਰਮਜੋਸ਼ੀ ਨਾਲ ਕਰਤਾਰ ਨਾਲ ਹੱਥ ਮਿਲਾ ਕੇ ਉਸ ਨੂੰ ਵਧਾਈ ਦਿੱਤੀ ਤੇ ਫਿਰ ਥੋੜੀ ਵਿੱਥ ਉੱਤੇ ਖਲੋਤੀ सोनिया गांधी ਨੂੰ आवाज ਦਿੱਤੀ, सोनिया जी इधर आना, पहलवान से मिलाऊं आपको। सोनिया उसे वेले अपनी गलबात विचे छड्ड के साड़ी दा पल्लू संभालदी हुई करतार कोल पुजी। मर्दों में अकेले ये पहलवान जी ही मर्द निकले जिन्होंने गोल्ड मेडल जीता है, ਰਾਜੀਵ ਗਾਂਧੀ ਨੇ ਕਿਹਾ। ਇਸ ਲਾਸਾਨੀ ਜਿੱਤ ਨਾਲ ਕਰਤਾਰ ਸਿੰਘ ਦੀ ਸਮੁੱਚੇ ਭਾਰਤ ਵਿੱਚ ਜੈ ਜੈਕਾਰ ਹੋ ਉੱਠੀ। ਥਾਂ ਥਾਂ ਉਸ ਦੇ ਸਨਮਾਨ ਵਿੱਚ ਸਮਾਗਮ ਹੋਣ ਲੱਗੇ। ਲੁਧਿਆਣੇ ਵਿੱਚ ਪੰਜਾਬ ਸਰਕਾਰ ਵੱਲੋਂ ਉਸ ਦੇ ਸਨਮਾਨ ਵਿੱਚ ਉਚੇਚਾ ਸਮਾਗਮ ਕੀਤਾ ਗਿਆ ਤੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਕਰਤਾਰ ਨੂੰ ਮਾਰੂਤੀ ਕਾਰ ਭੇਂਟ ਕੀਤੀ। ਉਸ ਵੇਲੇ ਦੇ ਗ੍ਰਹਿ ਮੰਤਰੀ ਨੇ ਉਸ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਤੋਂ ਪਦ ਉੱਨਤੀ ਦੇ ਕੇ ਉਸ ਦੇ ਮੋਢਿਆਂ ਉੱਪਰ ਡੀਐਸਪੀ ਦੇ ਸਟਾਰ ਲਾਏ। ਇਸ ਤੋਂ ਪਹਿਲਾਂ ਵੀ ਕਰਤਾਰ ਸਿੰਘ 1978 ਦੀਆਂ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਤੇ ਦਿੱਲੀ ਦੀਆਂ ਏਸ਼ੀਅਨ ਖੇਡਾਂ 1982 ਵਿੱਚੋਂ ਚਾਂਦੀ ਦਾ ਤਮਗਾ ਜਿੱਤ ਕੇ ਕੁਸ਼ਤੀ ਦੇ ਖੇਤਰ ਵਿੱਚ ਆਪਣੀ ਧਾਕ ਜਮਾ ਚੁੱਕਾ ਸੀ। ਪਰ
1986 ਦੀ ਜਿੱਤ ਨੇ ਉਸ ਨੂੰ ਨਿਸ਼ਚਿਤ ਤੌਰ ਤੇ ਏਸ਼ੀਆ ਦਾ ਸਭ ਤੋਂ ਬਲੀ ਤੇ ਪ੍ਰਸਿੱਧ ਪਹਿਲਵਾਨ ਸਾਬਤ ਕਰ ਦਿੱਤਾ। ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦੇ ਖਿਤਾਬ ਅਤੇ ਅਰਜਨਾ ਅਵਾਰਡ ਨਾਲ ਸਨਮਾਨਿਤ ਕਰਤਾਰ ਸਿੰਘ ਅੱਜਕੱਲ IPS ਅਧਿਕਾਰੀ ਦੇ ਤੌਰ ਤੇ PAP ਜਲੰਧਰ ਵਿੱਚ ਕਮਾਂਡੈਂਟ ਦੇ ਅਹੁਦੇ ਉੱਤੇ ਨਿਯੁਕਤ ਹੈ। ਇਸ ਬੁਲੰਦ ਮੁਕਾਮ ਉੱਤੇ ਪੁੱਜਣ ਵਾਲੇ ਕਰਤਾਰ ਸਿੰਘ ਦਾ ਜੀਵਨ ਲੰਮੇ ਤੇ ਕਰੜੇ ਸੰਘਰਸ਼ ਦਾ ਜੀਵਨ ਹੈ। ਸਧਾਰਨ ਜੱਟਾਂ ਦੇ ਪੁੱਤ ਨੇ ਆਪਣੀ ਮਿਹਨਤ, ਲਗਨ, ਸਾਧਨਾ ਅਤੇ ਤਪੱਸਿਆ ਨਾਲ ਇਹ ਸਾਬਤ ਕੀਤਾ ਹੈ ਕਿ ਬੰਦਾ ਤਨੋਂ ਮਨੋਂ ਇੱਕ ਸੰਕਲਪ ਕਰਕੇ ਤੁਰ ਪਵੇ ਤਾਂ ਰਾਹ ਵਿਚਲੀ ਕੋਈ ਵੀ ਅਟਕ ਉਸ ਨੂੰ ਅਟਕਾ ਨਹੀਂ ਸਕਦੀ। ਉਸ ਲਈ ਕੁਝ ਵੀ ਅਪਹੁੰਚ ਨਹੀਂ ਹੁੰਦਾ। ਕਰਤਾਰ ਸਿੰਘ ਦਾ ਜਨਮ 15 ਜਨਵਰੀ 1953 ਨੂੰ ਵੀਰਵਾਰ ਵਾਲੇ ਦਿਨ ਮਾਝੇ ਦੇ ਪ੍ਰਸਿੱਧ ਤੇ ਇਤਿਹਾਸਿਕ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸਿੱਖ ਗੁਰੂਆਂ, ਸਿੰਘ ਸੂਰਮਿਆਂ ਤੇ ਗਦਰੀ ਯੋਧਿਆਂ ਦੀਆਂ ਇਤਿਹਾਸਿਕ ਯਾਦਾਂ ਸਾਂਭੀ ਬੈਠੇ ਪਿੰਡ ਦੇ ਇਤਿਹਾਸ ਨੂੰ ਕਰਤਾਰ ਨੇ ਭਲਵਾਨੀ ਦੇ ਖੇਤਰ ਵਿੱਚ ਇੱਕ ਹੋਰ ਨਵੀਂ ਦਿਸ਼ਾ ਦਿੱਤੀ। ਕਰਨੈਲ ਸਿੰਘ ਤੇ ਪ੍ਰੀਤਮ ਕੌਰ ਦੇ ਘਰ ਜਨਮ ਲੈਣ ਵਾਲੇ ਕਰਤਾਰ ਨੂੰ ਘੁਲਣ ਦੀ ਪਹਿਲੀ ਪ੍ਰੇਰਣਾ ਆਪਣੇ ਤਾਏ ਦੇ ਪੁੱਤਰ ਪਹਿਲਵਾਨ ਜੋਗਿੰਦਰ ਸਿੰਘ ਤੋਂ ਮਿਲੀ। ਜੋਗਿੰਦਰ ਉਸ ਵੇਲੇ ਇਲਾਕੇ ਦਾ ਜਾਣਿਆ ਪਛਾਣਿਆ ਪਹਿਲਵਾਨ ਸੀ ਅਤੇ ਉਹਨੇ ਆਪਣੀ ਹਵੇਲੀ ਵਿੱਚ ਜ਼ੋਰ ਕਰਨ ਲਈ ਅਖਾੜਾ ਬਣਾਇਆ ਹੋਇਆ ਸੀ, ਜਿੱਥੇ ਉੱਭਰ ਰਹੇ ਪਹਿਲਵਾਨ ਜ਼ੋਰ ਅਜ਼ਮਾਈ ਕਰਿਆ ਕਰਦੇ ਸਨ। 5-6 ਸਾਲ ਦਾ ਕਰਤਾਰ ਤੇ ਉਸ ਤੋਂ 3 ਕੁ ਸਾਲ ਵੱਡਾ ਭਰਾ ਗੁਰਚਰਨ ਭਲਵਾਨਾਂ ਦੇ ਚੁੱਕੇ ਚੁਕਾਏ ਆਪਸ ਵਿੱਚ ਘੁਲ ਪੈਂਦੇ। ਕਰਤਾਰ ਆਪਣੇ ਤੋਂ ਵੱਡੇ ਭਰਾ ਨੂੰ ਅਕਸਰ ਢਾਹ ਲੈਂਦਾ। ਇੰਜ ਹੌਲੀ-ਹੌਲੀ ਉਹ ਉਤਸ਼ਾਹ ਫੜਦਾ ਗਿਆ। ਉਸ ਦੇ ਜਿਸਮ ਦੀ ਬਣਤਰ ਤੇ ਤਾਕਤ ਵੇਖ ਕੇ ਪਿਤਾ ਕਰਨੈਲ ਸਿੰਘ ਤੇ ਉਸ ਦੇ ਵੱਡੇ ਭਰਾਵਾਂ ਗੁਰਦਿਆਲ ਸਿੰਘ ਤੇ ਅਮਰ ਸਿੰਘ ਨੇ ਉਸ ਨੂੰ ਕੁਸ਼ਤੀ ਦੇ ਮੈਦਾਨ ਵਿੱਚ ਉਤਾਰਨ ਦਾ ਨਿਸ਼ਚਾ ਕਰ ਲਿਆ। ਉਸਨੇ ਆਪਣੀ ਪਹਿਲੀ ਲੋਕ ਕੁਸ਼ਤੀ ਸੁਰ ਸਿੰਘ ਪਿੰਡ ਦੇ ਮੇਲੇ ਉੱਪਰ ਲੱਗੇ ਅਖਾੜੇ ਵਿੱਚ ਘੁਲੀ ਤੇ ਆਪਣੇ ਤੋਂ ਵੱਡੇ ਬਾਲ ਪਹਿਲਵਾਨ ਨੂੰ ਹਰਾ ਕੇ ਜੇਤੂ ਰਿਹਾ। ਜਵਾਨ ਹੋਇਆ ਤਾਂ ਕਰਤਾਰ ਆਸੇ-ਪਾਸੇ ਦੇ ਪਿੰਡਾਂ ਵਿੱਚ ਪੈਂਦੀਆਂ ਛਿੰਝਾਂ ਵਿੱਚ ਘੁਲਣ ਲੱਗਾ। ਉਹ ਬਹੁਤੀ ਵਾਰ ਆਪਣੇ ਤੋਂ ਭਾਰੇ ਤੇ ਵੱਡੇ ਭਲਵਾਨਾਂ ਨਾਲ ਘੁਲਦਾ ਤੇ ਅਕਸਰ ਜਿੱਤ ਪ੍ਰਾਪਤ ਕਰਦਾ। ਉਸ ਦਾ ਸ਼ੁਮਾਰ ਇਲਾਕੇ ਦੇ ਉੱਭਰ ਰਹੇ ਪਹਿਲਵਾਨਾਂ ਵਿੱਚ ਹੋ ਗਿਆ। ਉਹ 9ਵੀਂ ਵਿੱਚ ਪੜ੍ਹਦਾ ਸੀ ਜਦ ਉਹ ਆਪਣੇ ਜੀਵਨ ਵਿੱਚ ਨੈਸ਼ਨਲ ਚੈਂਪੀਅਨ ਬਣ ਗਿਆ। ਇਸ ਸਮੇਂ ਹੀ ਉਸ ਦੀ ਦੋਸਤੀ ਕੰਵਰਜੀਤ ਭਲਵਾਨ ਨਾਲ ਹੋਈ ਤੇ ਉਹ ਅੰਮ੍ਰਿਤਸਰ ਘਈਓ ਉਸਤਾਦ ਦੇ ਅਖਾੜੇ ਵਿੱਚ ਅਭਿਆਸ ਕਰਨ ਲੱਗਾ। ਇਸ ਤੋਂ ਪਹਿਲਾਂ ਉਸ ਨੂੰ ਆਪਣੇ ਵੱਡੇ ਭਰਾ ਅਮਰ ਸਿੰਘ ਦੀ ਦੇਸੀ ਜਿਹੀ ਕੋਚਿੰਗ ਤੇ ਅਗਵਾਈ ਪ੍ਰਾਪਤ ਸੀ, ਪਰ ਹੁਣ ਉਹ ਅਤੇ ਕੰਵਰ ਕੁਸ਼ਤੀ ਦੇ ਨਵੇਂ ਦਾਅ ਸਿੱਖਣ ਲੱਗੇ। ਕਰੜੀ ਮਿਹਨਤ ਤੇ ਅਭਿਆਸ ਨਾਲ ਜਿਸਮ ਨੂੰ ਫੌਲਾਦ ਬਣਾਉਣ ਲੱਗੇ। 10ਵੀਂ ਕਰਨ ਤੋਂ ਪਿੱਛੋਂ ਕਰਤਾਰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲ ਹੋ ਗਿਆ। ਇੱਥੇ ਪੜ੍ਹਦਿਆਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡਾਂ ਵਿੱਚੋਂ ਸੋਨੇ ਦੇ ਤਮਗੇ ਜਿੱਤਦਾ ਹੋਇਆ
ਉਹ 1973-74 ਵਿੱਚ ਮਾਸਕੋ ਵਿੱਚ ਹੋਈਆਂ ਸੰਸਾਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਪੁੱਜਾ। ਇਸ ਸਮੇਂ ਤੱਕ ਉਹ ਪੰਜਾਬ ਦੇ ਇੱਕ ਜਾਨਦਾਰ ਤੇ ਮਹੱਤਵਪੂਰਨ ਪਹਿਲਵਾਨ ਵਜੋਂ ਸਥਾਪਿਤ ਹੋ ਚੁੱਕਾ ਸੀ। ਉਸ ਦੀਆਂ ਅਸੀਮ ਸੰਭਾਵਨਾਵਾਂ ਦਾ ਅਨੁਮਾਨ ਲਾ ਕੇ ਗੁਰੂ ਹਨੂਮਾਨ ਨੇ ਉਸ ਨੂੰ ਦਿੱਲੀ ਆਪਣੇ ਅਖਾੜੇ ਵਿੱਚ ਆਉਣ ਦਾ ਸੱਦਾ ਦਿੱਤਾ। ਉਸਨੇ ਗੁਰੂ ਹਨੂਮਾਨ ਦੇ ਅਖਾੜੇ ਵਿੱਚ ਲਗਭਗ 10-12 ਸਾਲ ਬਿਤਾਏ। ਇਹਨਾਂ ਸਾਲਾਂ ਵਿੱਚ ਹੀ ਕਰਤਾਰ ਨੇ ਮਿਹਨਤ ਦੀ ਭੱਠੀ ਵਿੱਚ ਤਪ ਕੇ ਆਪਣੇ ਆਪ ਨੂੰ ਅਸਪਾਤ ਬਣਾ ਲਿਆ ਤੇ ਉਹ 90 ਕਿਲੋ ਵਜ਼ਨ ਵਿੱਚ ਦੇਸ਼ ਦਾ ਸਭ ਤੋਂ ਤਾਕਤਵਰ ਪਹਿਲਵਾਨ ਹੀ ਨਹੀਂ ਬਣਿਆ, ਸਗੋਂ ਏਸ਼ੀਆ ਵਿੱਚ ਵੀ ਆਪਣੀ ਸਰਦਾਰੀ ਦੇ ਝੰਡੇ ਗੱਡ ਦਿੱਤੇ। ਹੁਣ ਭਾਰਤ ਵਿੱਚ ਉਸ ਦਾ ਸਾਨੀ ਕੋਈ ਹੋਰ ਪਹਿਲਵਾਨ ਨਹੀਂ ਸੀ। 1973 ਤੋਂ 1988 ਤੱਕ ਲਗਾਤਾਰ 16 ਸਾਲ ਉਹ ਨੈਸ਼ਨਲ ਚੈਂਪੀਅਨ ਰਿਹਾ। 1983 ਵਿੱਚ 1 ਲੱਖ ਦੇ ਨਗਦ ਇਨਾਮ ਵਾਲੀ ਮੋਤੀ ਲਾਲ ਨਹਿਰੂ ਟਰਾਫੀ ਲਈ ਭਾਰਤ ਭਰ ਦੇ ਹਰੇਕ ਵਜ਼ਨ ਦੇ ਪਹਿਲਵਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ। ਇਸ ਟਰਾਫੀ ਨੂੰ ਜਿੱਤ ਕੇ ਤੇ 1 ਲੱਖ ਰੁਪਇਆ ਹਾਸਲ ਕਰਕੇ ਕਰਤਾਰ ਨੇ ਇਹ ਸਨਮਾਨ ਵੀ ਹਾਸਲ ਕਰ ਲਿਆ ਕਿ ਸਾਰੇ ਭਾਰਤ ਵਿੱਚ ਉਹਦੀ ਤਾਕਤ ਦੇ ਜੋੜ ਦਾ ਕੋਈ ਹੋਰ ਪਹਿਲਵਾਨ ਨਹੀਂ ਹੈ। ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਹੁੰਦੇ ਹਰੇਕ ਦੰਗਲ ਵਿੱਚ ਉਸ ਦੀ ਝੰਡੀ ਹੁੰਦੀ ਰਹੀ। ਜਦੋਂ ਉਹ ਸਿਓਲ ਵਿੱਚੋਂ ਏਸ਼ੀਅਨ ਚੈਂਪੀਅਨ ਬਣ ਕੇ ਆਇਆ ਤਾਂ ਹਵਾਈ ਅੱਡੇ ਤੋਂ ਵਾਜਿਆਂ ਗਾਜਿਆਂ ਦੇ ਸਵਾਗਤ ਨਾਲ ਉਸ ਨੂੰ ਗੁਰੂ ਹਨੂਮਾਨ ਦੇ ਅਖਾੜੇ ਵਿੱਚ ਲਿਆਂਦਾ ਗਿਆ। ਉਸਨੇ ਅਖਾੜੇ ਦੀ ਮਿੱਟੀ ਮੱਥੇ ਨੂੰ ਛੁਆਈ ਤੇ ਗੁਰੂ ਹਨੂਮਾਨ ਦੇ ਪੈਰਾਂ ਨੂੰ ਹੱਥ ਛੁਆ ਕੇ ਸੋਨੇ ਦਾ ਮੈਡਲ ਗੁਰੂ ਦੀ ਝੋਲੀ ਵਿੱਚ ਰੱਖ ਦਿੱਤਾ। ਗੁਰੂ ਜੀ ਚੇਲੇ ਦੀ ਇਸ ਸਫਲਤਾ ਉੱਤੇ ਗਦਗਦ ਹੋਏ ਬੈਠੇ ਸਨ ਤੇ ਗੱਪ-ਸ਼ੱਪ ਵਿੱਚ ਮਗਨ ਸਨ। ਮੌਸਮ ਨਾਲ ਰੁੱਖਾਂ ਦੇ ਸੁੱਕੇ ਪੱਤੇ ਵਿਹੜੇ ਵਿੱਚ ਖਿਲਰੇ ਪਏ ਸਨ। ਗੁਰੂ ਜੀ ਨੇ ਕਿਸੇ ਪਹਿਲਵਾਨ ਨੂੰ ਵਿਹੜੇ ਦੀ ਸਫਾਈ ਕਰਨ ਲਈ ਕਿਹਾ। ਪਹਿਲਵਾਨ ਕਰਤਾਰ ਸਿੰਘ ਤੁਰੰਤ ਉੱਠਿਆ ਤੇ ਝਾੜੂ ਫੜ ਕੇ ਉਹਨਾਂ ਕੱਪੜਿਆਂ ਸਣੇ ਵਿਹੜੇ ਵਿੱਚ ਝਾੜੂ ਲਾਉਣ ਲੱਗਾ। ਏਸ਼ੀਆ ਦਾ ਸਭ ਤੋਂ ਤਾਕਤਵਰ ਪਹਿਲਵਾਨ ਆਪਣੇ ਗੁਰੂ ਦੇ ਹੁਕਮਾਂ ਦੀ ਪਾਲਣਾ ਹਿੱਤ ਝਾੜੂ ਲਾ ਰਿਹਾ ਸੀ ਤੇ ਵੇਖਣ ਵਾਲੇ ਉਹਦੇ ਪ੍ਰਸ਼ੰਸਕ ਉਹਦੀ ਨਿਮਰਤਾ ਤੇ ਇਨਸਾਨੀ ਵਡਿਆਈ ਦੇ ਸਦਕੇ ਜਾ ਰਹੇ ਸਨ। ਕਰਤਾਰ ਲਈ ਕੁਸ਼ਤੀ ਹੀ ਉਸ ਦਾ ਜੀਵਨ ਹੈ। ਅੱਜਕੱਲ ਉਹ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਹੈ। ਜਦੋਂ ਤੋਂ ਉਸਨੇ ਕੁਸ਼ਤੀ ਸੰਘ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ ਦੇ ਪਹਿਲਵਾਨ ਫਿਰ ਤੋਂ ਦੇਸ਼ ਦੇ ਮੰਚ ਉੱਤੇ ਸਿਰ ਉੱਚਾ ਕੱਢ ਕੇ ਖਲੋਤੇ ਹਨ ਤੇ ਪੰਜਾਬ ਨੇ ਕੁਸ਼ਤੀ ਵਿੱਚੋਂ 1 ਤੋਂ ਵੱਧ ਵਾਰ ਆਲ ਇੰਡੀਆ ਟਰਾਫੀ ਹਾਸਲ ਕੀਤੀ ਹੈ। ਕਰਤਾਰ ਦੀ ਰੀਝ ਹੈ ਕਿ ਪੰਜਾਬ ਦੇ ਪਿੰਡ-ਪਿੰਡ ਵਿੱਚ ਅਖਾੜੇ ਹੋਣ, ਜਿੱਥੇ ਦੇਸ਼ ਦੀ ਨਵੀਂ ਪਨੀਰੀ ਕੁਸ਼ਤੀ ਦੇ ਮੈਦਾਨ ਵਿੱਚ ਉਤਰੇ, ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੋਵੇ। ਆਪਣੀ ਇਸ ਇੱਛਾ ਨੂੰ ਅਮਲੀ ਰੂਪ ਦੇਣ ਦੇ ਯਤਨ ਵਿੱਚ ਕੁਸ਼ਤੀ ਸੰਘ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਅਖਾੜੇ ਸ਼ੁਰੂ ਵੀ ਕੀਤੇ ਗਏ ਹਨ। ਇੰਜ ਨਵੀਂ ਪਨੀਰੀ ਜਿੱਥੇ ਜ਼ਿੰਦਗੀ ਦੇ ਸਾਰਥਕ ਪੱਖ ਨਾਲ ਜੁੜੇਗੀ, ਉੱਥੇ
ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਵੀ ਉਸ ਦਾ ਛੁਟਕਾਰਾ ਹੋਵੇਗਾ। ਭਾਰਤ ਦੇ ਇਤਿਹਾਸ ਵਿੱਚ ਸ਼ਾਇਦ ਕਰਤਾਰ ਹੀ ਇੱਕੋ ਇੱਕ ਅਜਿਹਾ ਪਹਿਲਵਾਨ ਹੈ ਜੋ ਬਹੁਤ ਲੰਮੇ ਅਰਸੇ ਤੱਕ ਕੁਸ਼ਤੀ ਦੇ ਅਸਮਾਨ ਵਿੱਚ ਧਰੂ ਤਾਰਾ ਬਣ ਕੇ ਚਮਕਦਾ ਰਿਹਾ ਹੈ। ਅੱਜ ਵੀ ਉਸਨੇ ਕੁਸ਼ਤੀ ਲੜਨਾ ਨਹੀਂ ਛੱਡਿਆ, ਸਗੋਂ ਪਿਛਲੇ ਸਾਲਾਂ ਤੋਂ ਉਹ ਵੈਟਰਨ ਸੰਸਾਰ ਕੁਸ਼ਤੀਆਂ ਵਿੱਚ ਲਗਾਤਾਰ ਹਿੱਸਾ ਲੈ ਰਿਹਾ ਹੈ ਤੇ 4 ਵਾਰ ਸੰਸਾਰ ਜੇਤੂ ਪਹਿਲਵਾਨ ਬਣ ਕੇ ਆਪਣਾ ਹੀ ਨਹੀਂ, ਭਾਰਤ ਦਾ ਨਾਂ ਵੀ ਸੰਸਾਰ ਵਿੱਚ ਮਾਣਯੋਗ ਰੁਤਬੇ ਉੱਤੇ ਪਹੁੰਚਾਇਆ ਹੈ। ਅੱਜ ਕਰਤਾਰ ਕੋਲ ਸਭ ਕੁਝ ਹੈ। ਉਹ ਭਾਰਤੀ ਕੁਮਾਰ ਹੈ, ਭਾਰਤ ਕੇਸਰੀ ਹੈ, ਭਾਰਤ ਮੇਲ ਸਮਰਾਟ ਹੈ, ਕਾਮਨਵੈਲਥ ਚੈਂਪੀਅਨ ਹੈ, ਏਸ਼ੀਅਨ ਚੈਂਪੀਅਨ ਹੈ, ਸੰਸਾਰ ਚੈਂਪੀਅਨ ਹੈ, ਅਰਜਨਾ ਅਵਾਰਡ ਜੇਤੂ ਹੈ, ਪਦਮ ਸ਼੍ਰੀ ਦੇ ਖਿਤਾਬ ਨਾਲ ਸਨਮਾਨਿਤ ਹੈ। ਉਹ ਇੰਨਾ ਕੁਝ ਹੈ ਕਿ ਗਿਣਨਾ ਔਖਾ ਹੈ, ਪਰ ਇੰਨਾ ਕੁਝ ਹੁੰਦਿਆਂ ਵੀ ਉਹ ਕੁਝ ਨਾ ਹੋਣ ਵਿੱਚ ਯਕੀਨ ਰੱਖਦਾ ਹੈ। ਉਸ ਵਿੱਚ ਕੋਈ ਆਕੜ ਨਹੀਂ। ਉਹ ਮਧੁਰ ਭਾਸ਼ੀ, ਨਿਮਰ ਅਤੇ ਨਿਰਮਾਣ ਵਿਅਕਤੀ ਹੈ। ਕਰਤਾਰ ਸਿੰਘ ਜਿਹੇ ਲੋਕ ਭਾਰਤ ਦਾ ਮਾਣ ਹਨ। ਖੇਡਾਂ ਦੇ ਖੇਤਰ ਨਾਲ ਜੁੜੇ ਲੋਕ ਹਮੇਸ਼ਾ ਉਸ ਦੇ ਕਰੜੇ ਸੰਘਰਸ਼ ਤੇ ਚੰਗੇ ਮਨੁੱਖੀ ਗੁਣਾਂ ਤੋਂ ਪ੍ਰੇਰਣਾ ਲੈਂਦੇ ਰਹਿਣਗੇ।